ਤੁਸੀਂ ਦੇਖ ਰਹੇ ਹੋ ਵਿਨਿੰਗ ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਸਵੇਰ ਸਾਂਝ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਨ ਜਾ ਰਹੇ ਹਾਂ ਹੁਣ ਤੱਕ ਦੀਆਂ ਵੱਡੀਆਂ ਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰਸ਼ਾਂਤ ਕਿਸ਼ੋਰ ਦੀ। ਪ੍ਰਸ਼ਾਂਤ ਕਿਸ਼ੋਰ ਨੇ ਹਾਈ ਕਮਾਨ ਦੀ ਪੇਸ਼ਕਸ਼ ਠੁਕਰਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਨਵਜੋਤ ਸਿੱਧੂ ਉਹਨਾਂ ਦੇ ਵੱਲੋਂ ਇੱਕ ਤਸਵੀਰ ਹੈ ਉਹਨਾਂ ਦੇ ਨਾਲ ਸਾਂਝੀ ਕੀਤੀ ਗਈ। ਕੀ ਤਸਵੀਰ ਦੇ ਮਾਇਨੇ ਨਿਕਲ ਰਹੇ ਨੇ, ਕੀ ਅੱਗੇ ਹਾਲਾਤ ਰਹਿ ਸਕਦੇ ਨੇ, ਜਿਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ, ਗੱਲਬਾਤ ਹੋਈ, ਕੀ ਗੱਲਬਾਤ ਹੋਈ, ਇਸ ਨੂੰ ਲੈ ਕੇ ਚਰਚਾ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਿਜਲੀ ਦਰਾਂ ਵਧਣ ਦੇ ਅਸਾਰ ਨਜ਼ਰ ਆ ਰਹੇ ਨੇ। ਆਖਰ ਕਿੰਨਾ ਕੁ ਝਟਕਾ ਆਮ ਲੋਕਾਂ ਨੂੰ ਲੱਗਦਾ ਨਜ਼ਰ ਆ ਸਕਦਾ, ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਤੇ ਉਧਰ ਗੱਲ ਕਰਾਂਗੇ ਸੁਨੀਲ ਜਾਖੜ ਦੀ। ਤਾਂ ਸੁਨੀਲ ਜਾਖੜ ਦੇ ਉੱਤੇ ਕੀ ਹਾਈ ਕਮਾਨ ਕੋਈ ਕਾਰਵਾਈ ਕਰੇਗੀ, ਕਿਸ ਤਰੀਕੇ ਦੀ ਕਾਰਵਾਈ ਕਰੇਗੀ? ਜਿਸ ਤਰੀਕੇ ਦੇ ਨਾਲ ਅਨੁਸ਼ਾਸਨ ਕਮੇਟੀ ਦੇ ਵੱਲੋਂ ਰਿਪੋਰਟ ਭੇਜੀ ਗਈ ਸੀ, ਸਿਫਾਰਿਸ਼ ਕੀਤੀ ਗਈ ਸੀਗੀ ਕਿ 2 ਸਾਲ ਦੇ ਲਈ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਪਰ ਹਾਈ ਕਮਾਨ ਇਸ ਦੇ ਉੱਤੇ ਕੀ ਫੈਸਲਾ ਲੈਣ ਜਾ ਰਹੀ ਹੈ ਜਾਂ ਲੈ ਸਕਦੀ ਹੈ, ਇਸ ਨੂੰ ਲੈ ਕੇ ਚਰਚਾ ਕਰਾਂਗੇ। ਤੇ ਇਸ ਪ੍ਰੋਗਰਾਮ ਦੇ ਵਿੱਚ ਆ ਸਾਡੇ ਨਾਲ ਸ਼ਾਮਲ ਨੇ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ, ਜੋ ਕਿ ਸਿਆਸੀ ਮਾਹਿਰ ਨੇ, ਸਿੱਖ ਵਿਦਵਾਨ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਖਾਨਪੁਰ ਸਾਹਿਬ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਚੱਠਾ ਸਾਹਿਬ, ਮੈਂ ਵਿਨਿੰਗ ਪ੍ਰੋਗਰਾਮ ਦੇਖ ਰਹੇ ਦੇਸ਼ ਵਿਦੇਸ਼ ਵਿੱਚ ਸਤਿਕਾਰਯੋਗ ਸਰੋਤਿਆਂ ਨੂੰ ਆਪਣੇ ਦਿਲ ਦੀ ਗਹਿਰਾਈਆਂ ਤੋਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਖਾਨਪੁਰ ਸਾਹਿਬ, ਜਿਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਇੱਕ ਵੱਡਾ ਨਾਮ ਹੈ, ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਤੇ ਹਾਈ ਕਮਾਨ ਦੀ ਪੇਸ਼ਕਸ਼ ਉਹਨਾਂ ਨੇ ਠੁਕਰਾ ਦਿੱਤੀ ਹੈ, ਤੇ ਕਿਸ ਤਰੀਕੇ ਨਾਲ ਦੇਖਦੇ ਹੋ? ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈਗੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਨੇ, ਪਰ ਇੱਕ ਸਾਈਡ ਲਾਈਨ ਹੋ ਕੇ ਚੱਲ ਰਹੇ ਨੇ ਨਵਜੋਤ ਸਿੰਘ ਸਿੱਧੂ। ਤੇ ਉਧਰ ਗੱਲ ਕੀਤੀ ਜਾਵੇ ਪ੍ਰਸ਼ਾਂਤ ਕਿਸ਼ੋਰ ਦੀ, ਉਹਨਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ। ਤਾਂ ਕੀ ਲੱਗਦਾ ਹੈ, ਕੀ ਗੱਲਬਾਤ ਹੋਈ ਹੈ ਤੇ ਕੀ ਅੱਗੇ ਦੇ ਅਸਾਰ ਨਜ਼ਰ ਆ ਸਕਦੇ ਨੇ? ਚੱਠਾ ਸਾਹਿਬ, ਪ੍ਰਸ਼ਾਂਤ ਕਿਸ਼ੋਰ ਜੀ ਇੱਕ ਬਹੁਤ ਵਧੀਆ ਕਾਨੂੰਨ ਘੜੇ ਨੇ ਤੇ ਲੋਕਾਂ ਦੇ ਵਿੱਚ ਆਪਣੇ ਸਕੀਮਾਂ ਜਾਂ ਆਪਣੇ ਅਗਲੇ ਪ੍ਰੋਗਰਾਮ ਦੇ ਕੇ ਲੋਕਾਂ ਨੂੰ ਮਨ ਭੁਲਾਊ ਗੱਲਾਂ ਕਰਕੇ ਸਰਕਾਰਾਂ ਕਈ ਥਾਂ ਤੇ ਉਹਨਾਂ ਨੇ ਬਣਾਈਆਂ ਨੇ ਤੇ ਉਹ ਇੱਕ ਤਜਰਬਾ ਰੱਖਦੇ ਨੇ, ਮਾਹਰ ਆਪਣੇ ਆਪ ਨੂੰ ਸਮਝਦੇ ਨੇ ਤੇ ਹੈ ਵੀ ਮਾਹਰ ਜੀ। ਉਹਨਾਂ ਨੇ ਬੰਗਾਲ ਦੇ ਵਿੱਚ ਵੀ ਕੰਮ ਕੀਤਾ, ਗੁਜਰਾਤ 'ਚ ਵੀ ਕੰਮ ਕੀਤਾ, ਮਹਾਰਾਸ਼ਟਰ 'ਚ ਵੀ ਕੰਮ ਕੀਤਾ ਤੇ ਹੁਣ ਉਹ ਕਾਂਗਰਸ ਦੇ ਨਾਲ ਉਹਨਾਂ ਦੀ ਗੱਲ ਚੱਲ ਰਹੀ ਸੀ ਕਿ ਕਾਂਗਰਸ ਕਹਿੰਦੀ ਸੀ ਤੁਸੀਂ ਕਾਂਗਰਸ ਪਾਰਟੀ ਜੁਆਇਨ ਕਰੋ, ਤੁਹਾਨੂੰ ਵਧੀਆ ਅਹੁਦਾ ਦੇਵਾਂਗੇ ਤੇ ਤੁਸੀਂ ਸਾਡੀ ਪਾਰਟੀ ਵਾਸਤੇ ਕੰਮ ਕਰਕੇ 2024 ਦੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਸਾਡੀ ਸਰਕਾਰ ਜੀ। ਪਰ ਉਹ ਇੱਕ ਬਹੁਤ ਦੂਰ ਅੰਦੇਸ਼ ਤੇ ਵਪਾਰੀ ਤੇ ਇੱਕ ਟ੍ਰੇਡਰ ਸੀ। ਉਹ ਕਹਿੰਦਾ ਵੀ ਮੈਂ ਕਿਸੇ ਇੱਕ ਦਾ ਬਣ ਕੇ ਨਹੀਂ ਰਹਿਣਾ ਹੈਗਾ। ਜੇ ਕਹਿੰਦਾ ਇੱਕ ਦਾ ਬਣ ਕੇ ਰਹਿ ਗਿਆ ਤਾਂ ਮੈਨੂੰ ਹੋ ਸਕਦਾ ਕੱਲ ਦੂਜੀਆਂ ਪਾਰਟੀਆਂ ਵਾਸਤੇ ਵੀ ਕੰਮ ਕਰਨਾ ਪੈ ਜਾਵੇ ਤਾਂ ਮੈਨੂੰ ਦੂਜੀਆਂ ਪਾਰਟੀਆਂ ਲਾਇਕ ਨਹੀਂ ਕਰ ਸਕਦੀਆਂ। ਇਸ ਲਈ ਜਿਹੜੀ ਕਾਂਗਰਸ ਦੀਆਂ ਆਸਾਂ ਸੀ ਉਹਦੇ ਉੱਤੇ ਪਾਣੀ ਫਿਰ ਗਿਆ। ਜਿਹਨੂੰ ਉਹ ਸੋਚਦੇ ਸੀਗੇ ਕਿ ਪ੍ਰਸ਼ਾਂਤ ਕਿਸ਼ੋਰ ਜੀ ਅਸੀਂ ਪਾਰਟੀ 'ਚ ਆ ਜਾਊਗਾ, ਸਾਡੇ ਵਾਸਤੇ 24 ਘੰਟੇ ਉਹ ਪਾਰਟੀ ਦਾ ਕੰਮ ਕਰਨਗੇ, ਅਸੀਂ ਉਹਨੂੰ ਵੱਡਾ ਰੁਤਬਾ ਹੀ ਦੇਵਾਂਗੇ ਜੀ। ਪਰ ਜਿਹੜਾ ਬੰਦਾ ਵਪਾਰੀ ਹੈ ਉਹਨੂੰ ਰੁਤਬਿਆਂ ਦੀ, ਉਹਨੂੰ ਤਾਂ ਪੈਸੇ ਦੀ ਹੁੰਦੀ ਹੈ, ਪੈਸਾ ਉਹਦੇ ਕੋਲ ਬਥੇਰਾ ਹੋਰ ਵੀ, ਪਰ ਜੋ ਇਨਸਾਨ ਹੈ ਇਹਦੀ ਜਿਹੜੀ ਤਮੰਨਾ ਉਹ ਭਰਦੀ ਨਹੀਂ ਹੈਗੀ। ਉਹ ਕਹਿੰਦੇ ਲੱਖ ਵਾਲਾ ਕਰੋੜ ਤੇ ਕਰੋੜ ਵਾਲਾ ਅਰਬ ਦੇ ਅਰਬ ਵਾਲਾ ਖਰਚ ਚਲੇ ਜਾਂਦਾ, ਇਸ ਤਰੀ ਉਹਦੇ ਜੀ ਤਮੰਨਾ ਹੈ। ਪਰ ਉਹਨੇ ਸੋਚਿਆ ਵੀ ਕਾਂਗਰਸ ਦੀ ਜੋ ਸਥਿਤੀ ਹੈ ਇਸ ਟਾਈਮ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਚੰਗੀ ਨਹੀਂ ਹੈਗੀ। ਲੋਕ ਕਾਂਗਰਸ ਨੂੰ ਲਾਈਕ ਨਹੀਂ ਕਰਦੇ ਕਿਉਂਕਿ ਕਾਂਗਰਸ ਹਾਈ ਕਮਾਂਡ ਦੇ ਵਿੱਚ ਕੋਈ ਵੀ ਤਜਰਬੇਕਾਰ ਜਾਂ ਕੋਈ ਵੀ ਸਿਆਣਾ ਲੀਡਰ ਹੈ ਨਹੀਂ ਇਸ ਟਾਈਮ। ਜਿਹੜੇ ਹੈਗੇ ਸੀਗੇ ਉਹਨਾਂ ਨੂੰ ਖੁੱਡੇ ਲੈਣ ਲਾਇਆ ਹੋਇਆ। ਇਸੇ ਤਰ੍ਹਾਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਹੁਣ ਪਿੱਛੇ ਖੁੱਡੇ ਲੈਣ ਲਾਇਆ। ਪਰ ਪ੍ਰਸ਼ਾਂਤ ਕਿਸ਼ੋਰ ਦੀ ਨਿਗਾਹ ਦੇ ਵਿੱਚ ਸਿੱਧੂ ਦਾ ਮਾਣ ਹੈ ਤੇ ਸਿੱਧੂ ਨੂੰ ਚੰਗਾ ਸਮਝਦੇ, ਇਮਾਨਦਾਰ ਸਮਝਦੇ, ਇਸ ਲਈ ਉਹ ਸਿੱਧੂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ। ਪਿੱਛੇ ਵੀ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਜੇ ਅਗਲੀ ਵਾਰ ਸਿੱਧੂ ਨੂੰ ਅੱਗੇ ਲਿਆ ਕੇ ਕੰਮ ਕਰੋ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਹੋ ਸਕਦਾ। ਉਹ ਜਿਹੜਾ ਸਮਝੌਤਾ ਸੈਂਟਰ ਦੇ ਨਾਲ ਟੁੱਟਿਆ, ਸੈਂਟਰ ਦੇ ਨਾਲ ਉਹਦੀ ਗੱਲ ਨਹੀਂ ਬਣੀ। ਉਹਨਾਂ ਨੇ ਦੋਸਤੋ ਜਾ ਕੇ ਫਿਰ ਪ੍ਰਸ਼ਾਂਤ ਕਿਸ਼ੋਰ ਤੇ ਸਿੱਧੂ ਦੀ ਮੀਟਿੰਗ ਹੋਈ, ਦੋਨਾਂ ਦੀ ਸੈਲਫੀ ਪਈ ਹੈ, ਇਕੱਠੀ ਗੱਲ ਵੀ ਕੀਤੀ ਹੈ। ਉਹ ਚਾਹੁੰਦੇ ਨੇ ਕਿ ਸਿੱਧੂ ਵਰਗਾ ਤੇਜ਼ ਦਿਮਾਗ, ਇਮਾਨਦਾਰ, ਸੁਲਝਿਆ ਹੋਇਆ
ਅੱਛਾ ਬੁਲਾਰਾ ਜੇ ਕੋਈ ਪਾਰਟੀ ਵਿੱਚ ਹੋਵੇ ਜਾਂ ਲੋਕ ਉਹਨੂੰ ਚਾਹੁੰਦੇ ਨੇ ਇਹੋ ਜਿਹੇ ਬੰਦੇ ਨੂੰ ਅੱਗੇ ਲਿਆਂਦਾ ਜਾਵੇ, ਉਹਦੇ ਵਾਸਤੇ ਮੈਂ ਕੰਮ ਕਰਾਂ ਤਾਂ ਮੇਰੀ ਵੀ ਸ਼ਾਨ ਵਧੇਗੀ ਤੇ ਅਗਲੇ ਦੀ ਵਧੇਗੀ। ਹੁਣ ਸਿੱਧੂ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਡੀ ਪ੍ਰਸ਼ਾਂਤ ਕਿਸ਼ੋਰ ਤੁਹਾਨੂੰ ਮਿਲੇ ਨੇ, ਤੁਹਾਡਾ ਕੀ ਹੈ, ਉਹ ਕਹਿੰਦਾ ਪੁਰਾਣਾ ਦੋਸਤ, ਪੁਰਾਣਾ ਸ਼ਹਿਦ, ਪੁਰਾਣੀ ਸ਼ਰਾਬ ਤੇ ਪੁਰਾਣੀਆਂ ਚੀਜ਼ਾਂ ਬੜੀ ਕਿਸਮਤ ਨਾਲ ਮਿਲਦੀਆਂ ਨੇ, ਇਸ ਲਈ ਓਲਡ ਇਜ਼ ਗੋਲਡ। ਆਪਾਂ ਕਈ ਵਾਰ ਕਹਿੰਦੇ ਤਾਂ ਬੁੜਾ ਹੋ ਗਿਆ ਛੱਡੋ ਕੱਢੋ ਪਰੇ, ਪਰ ਹੁਣ ਇਹ ਨਹੀਂ ਪਤਾ ਉਸ ਬੁੱਢੇ ਵਿੱਚ ਜਾਂ ਉਹ ਪੁਰਾਣੀ ਚੀਜ਼ ਦੇ ਵਿੱਚ ਕਿੰਨੇ ਗੁਣ ਨੇ। ਹੁਣ ਕਈ ਵਾਰ ਮੈਂ ਸੋਚਦਾ ਮੇਰੀ ਦੋਸਤ ਜਿਹੜੇ ਅੱਜ ਤੋਂ 60 ਸਾਲ ਪਹਿਲਾਂ ਕੋਈ ਅਮਰੀਕਾ ਬੈਠ ਕੇ ਕੈਨੇਡਾ ਬੈਠਿਆ, ਜਦੋਂ ਮਾੜੀ ਜਿਹੀ ਵੀ ਗੱਲ ਕਰਦੀ ਆ ਫੱਟ ਉਹ ਯਾਦ ਆਉਂਦੇ ਨੇ ਤੇ ਮੈਨੂੰ ਫੋਨ ਕਰਦੇ ਜਾਂ ਮੈਂ ਉਹਨਾਂ ਨੂੰ ਫੋਨ ਕਰਦਾ। ਇਸ ਲਈ ਜਿਹੜੀ ਪੁਰਾਣੀ ਦੋਸਤੀ ਹੁੰਦੀ ਆ ਉਹ ਭੁੱਲਦੀ ਨਹੀਂ ਇਹਨਾਂ ਦੀ ਪੁਰਾਣੀ ਦੋਸਤੀ। ਉਹ ਚਾਹੁੰਦੇ ਨੇ ਕਿ ਨਵਜੋਤ ਸਿੱਧੂ ਨੂੰ ਅੱਗੇ ਲਾ ਕੇ ਪੰਜਾਬ ਦੇ ਵਿੱਚ ਜੇ ਇਲੈਕਸ਼ਨ ਲੜੀ ਜਾਵੇ ਤਾਂ ਕਾਂਗਰਸ ਆਪਣੀ ਜਾਨ ਫੜ ਸਕਦੀ ਹੈ, ਤਾਕਤ ਫੜ ਸਕਦੀ ਹੈ। ਪਰ ਸੈਂਟਰ ਪਤਾ ਨਹੀਂ ਕੀ ਸਿੱਧੂ ਬਾਰੇ ਸੋਚਦਾ ਕਿ ਸਿੱਧੂ ਦੇ ਖਿਲਾਫ ਜਿਹੜੀ ਲੌਬੀ ਹੈ ਬਹੁਤ ਜ਼ਿਆਦਾ ਸਰਗਰਮ ਹੋਈ ਹੋਈ ਹੈ। ਖਾਨਪੁਰ ਸਾਹਿਬ ਜਿਸ ਤਰੀਕੇ ਦੇ ਨਾਲ ਪੇਸ਼ਕਸ਼ ਠੁਕਰਾ ਦਿੱਤੀ ਹੈ, ਹੁਣ ਉਹਨਾਂ ਨੇ ਕਾਂਗਰਸ ਪਾਰਟੀ ਦੀ ਤਾਂ ਜੋ ਹਾਲਾਤ ਪਾਰਟੀ ਦੇ ਬਣੇ ਹੋਏ ਨੇ ਉਹ ਜੱਗ ਜ਼ਾਹਿਰ ਨੇ, ਤੇ ਨਵਜੋਤ ਸਿੰਘ ਸਿੱਧੂ ਵੀ ਇੱਕ ਸਾਈਡ ਤੇ ਹੋ ਕੇ ਚੱਲ ਰਹੇ ਨੇ, ਉਹਨਾਂ ਨੂੰ ਪੰਜਾਬ ਦੇ ਅੰਦਰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਤੇ ਇਸ ਮੁਲਾਕਾਤ ਦੇ ਕਿਤੇ ਨਾ ਕਿਤੇ ਵੀ ਮਾਇਨੇ ਕੱਢੇ ਜਾ ਸਕਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਦੇ ਨਾਲ ਕੋਈ ਜਿਹੀ ਗੱਲਬਾਤ ਹੋਈ ਹੋਵੇ ਉਹਨਾਂ ਦੇ ਨਾਲ ਸਲਾਹ ਕਰਕੇ ਕਿ ਨਵਜੋਤ ਸਿੰਘ ਸਿੱਧੂ ਕੋਈ ਜਿਹਾ ਕਦਮ ਚੁੱਕਣ ਜਾ ਰਹੇ ਹੋਣ, ਮੰਨ ਲਓ ਕਿ ਪਾਰਟੀ ਛੱਡਣ ਦੀ ਕੋਈ ਗਤੀਵਿਧੀ ਹੋਵੇ ਜਾਂ ਫਿਰ ਕੋਈ ਨਵੀਂ ਪਾਰਟੀ ਬਣਾਉਣ ਦੀ, ਕੀ ਲੱਗਦਾ ਹੈ ਇਸ ਤਰੀਕੇ ਦੀ ਕੋਈ ਗੱਲਬਾਤ ਹੋਈ ਹੋ ਸਕਦੀ ਹੈ? ਦੇਖੋ ਜੀ, ਜਿਹੜੇ ਸਿਆਸੀ ਬੰਦੇ ਹੁੰਦੇ ਨੇ ਇਹਨਾਂ ਦੀਆਂ ਮਨ ਦੀਆਂ ਗੁੱਝੀਆਂ ਚਾਲਾਂ ਹੁੰਦੇ ਨੇ, ਕਿਸੇ ਨੂੰ ਦੱਸਦੇ ਨਹੀਂ ਹੈਗੇ। ਇਹ ਆਪਣੇ ਮਨ ਦੀ ਗੱਲ ਉਦੋਂ ਹੀ ਪੱਤੇ ਖੋਲਦੇ ਨੇ ਜਦੋਂ ਸਿਰੇ ਜਾ ਕੇ ਤੁਰਪ ਚਾਲ ਲਾ ਕੇ ਕਾਟ ਲਾਉਂਦੇ ਜੀ। ਇਸ ਲਈ ਪ੍ਰਸ਼ਾਂਤ ਕਿਸ਼ੋਰ ਇਹ ਤਾਂ ਗੱਲ ਸਮਝ ਚੁੱਕੇ ਨੇ ਕਿ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਇਹਨਾਂ ਤਿਲਾਂ 'ਚ ਤੇਲ ਨਹੀਂ ਹੈਗਾ। ਜੇ ਤਿਲਾਂ 'ਚ ਤੇਲ ਨਹੀਂ ਤਾਂ ਕਹਾਣੀ 'ਚੋਂ ਨਿਕਲੂਗਾ ਕੀ? ਇਸ ਲਈ ਉਹਨਾਂ ਨੇ ਉਹਨਾਂ ਨਾਲੋਂ ਸਮਝੌਤਾ ਤੋੜ ਲਿਆ। ਉਹਨਾਂ ਨੂੰ ਕੋਈ ਨਵਜੋਤ ਸਿੱਧੂ ਦੇ ਵਿੱਚ ਕੋਈ ਗੱਲ ਨਜ਼ਰ ਆਈ ਹੈ, ਨਜ਼ਰ ਗੱਲ ਆਉਣ ਦੇ ਨਾਲ ਹੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਤੇ ਹੋ ਸਕਦਾ ਹੈ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੇ ਸਾਰੀਆਂ ਪਾਰਟੀਆਂ ਦੇ ਨਾਲ, ਬੀਜੇਪੀ ਨਾਲ ਵੀ ਤੇ ਕਾਂਗਰਸ ਨਾਲ ਵੀ ਆਪਾਂ ਗੱਲ ਕਰ ਰਹੇ ਹਾਂ, ਸਾਰੀਆਂ ਪਾਰਟੀਆਂ ਨਾਲ ਚੰਗੇ ਸੰਬੰਧ ਨੇ। ਹੋ ਸਕਦਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਮੁੜ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਲਿਆ ਕੇ ਕੋਈ ਅਗਲਾ ਚਿਹਰਾ ਬੀਜੇਪੀ ਲਈ ਪੰਜਾਬ ਖੜਾ ਕਰਨਾ ਚਾਹੁੰਦਾ, ਕਿਉਂਕਿ ਅਗਲੀ ਜਿਹੜੀ ਹੁਣੀ ਟ੍ਰਾਇਲ ਹੋ ਜਾਣੀ ਹੈ ਸੰਗਰੂਰ ਸੀਟ ਦੇ ਉੱਤੇ ਜਿਹੜੀ ਹੈ ਹੁਣ ਜਿਮਨੀ ਪਾਰਲੀਮੈਂਟ ਸੀਟ, ਕਿਉਂਕਿ ਬੀਜੇਪੀ ਨੇ ਵੀ ਆਪਣਾ ਬੰਦਾ ਕੋਈ ਖੜਾ ਕਰਨਾ ਤੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਹੁਣ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ। ਜਿਹੜੀ ਸੰਗਰੂਰ ਸੀਟ ਹੈ ਇਹ ਆਮ ਬਿਲਕੁਲ ਜੀ ਭਾਰਤੀ ਜਨਤਾ ਪਾਰਟੀ ਜਿੱਤੇਗੀ। ਇਸ ਲਈ ਹੋ ਸਕੇ ਭਾਰਤੀ ਜਨਤਾ ਪਾਰਟੀ ਉੱਤੇ ਨਵਜੋਤ ਸਿੰਘ ਸਿੱਧੂ ਵਰਗੇ ਬੁਲਾਰੇ ਨੂੰ, ਇਮਾਨਦਾਰ ਬੰਦੇ ਨੂੰ ਪੀਕੇ ਦੇ ਥਰੂ ਪਾਰਟੀ 'ਚ ਲੈ ਕੇ ਉਹਨੂੰ ਅੱਗੇ ਲਾਇਆ ਜਾ ਸਕਦਾ ਹੈ। ਇਹ ਵੀ ਕਿਆਸ ਗਾਈਆਂ ਆਮ ਲੋਕਾਂ ਦੇ ਵਿੱਚ ਅੰਦਰ ਖਾਤੇ ਚੱਲ ਰਹੀਆਂ ਨੇ। ਅਜੇ ਜੱਗ ਜ਼ਾਹਰ ਨਹੀਂ ਹੋਇਆ। ਇਹ ਜੱਗ ਜ਼ਾਹਰ ਦਾ ਉਦੋਂ ਹੋਊਗਾ ਕਹਿੰਦੇ ਲੁਕ ਲੁਕ ਲਵਾਈਆਂ ਪ੍ਰਗਟ ਹੋਈਆਂ ਵੱਜ ਕੇ ਢੋਲ ਨਗਾਰੇ ਜੀ। ਇਸ ਲਈ ਉਸ ਟਾਈਮ ਹੀ ਪਤਾ ਲੱਗੂਗਾ ਵੀ ਬਿਲਕੁਲ। ਖਾਨਪੁਰ ਸਾਹਿਬ ਜਿਸ ਤਰੀਕੇ ਦੇ ਨਾਲ ਪਹਿਲਾਂ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਸੀਗੀਆਂ ਕੁਝ ਦਿਨ ਪਹਿਲਾਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਰਣਨੀਤੀ ਰੱਖੀ ਹੈ 2024 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੱਗੇ, ਹਾਈ ਕਮਾਂਡ ਦੇ ਅੱਗੇ, ਤਾਂ ਪਹਿਲਾਂ ਉਹਨਾਂ ਨੇ ਖੁਦ ਰਣਨੀਤੀ ਰੱਖੀ ਹੈ ਤੇ ਉਸ ਤੋਂ ਬਾਅਦ ਪੇਸ਼ਕਸ਼ ਠੁਕਰਾਉਣਾ, ਤਾਂ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਪਿੱਛੇ ਜਿਹਾ ਸਟੈਂਡ ਲੈ ਸਕਦੇ ਨੇ? ਦੇਖੋ, ਉਹਨਾਂ ਦੀ ਜਿਹੜੀ ਦੂਰ ਦ੍ਰਿਸ਼ਟੀ ਹੁੰਦੀ ਹੈ, ਬੜਾ ਕੁਝ ਦੇਖਦੇ ਨੇ। ਕਿਉਂ ਕਾਂਗਰਸ ਦੇ ਵਿੱਚ ਸਾਰਾ ਅੱਛਾ ਨਹੀਂ ਚੱਲ ਰਿਹਾ ਹੈ ਜੀ ਜੀ। ਪੁਰਾਣੇ ਲੀਡਰ G23 ਵਾਲੇ ਰੁੱਸੇ ਬੈਠੇ ਨੇ ਤੇ ਉਧਰ ਜਾਖੜ ਵਰਗੇ ਬੰਦੇ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਫਾਦਰ ਸਾਹਿਬ ਨੇ ਉਹਨਾਂ ਨੇ ਕਾਂਗਰਸ ਦੇ ਵਿੱਚ ਗੁਜ਼ਾਰੀ ਹੈ। ਅੱਜ ਅਨੁਸ਼ਾਸਨੀ ਕਮੇਟੀ ਦੀ ਜਿਹੜੀ ਰਿਪੋਰਟ ਦੇ ਨਾਲ ਉਹਨਾਂ ਨੂੰ 2 ਸਾਲ ਵਾਸਤੇ ਪਾਰਟੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਹੈ। ਇਹਦਾ ਫੈਸਲਾ ਤਾਂ ਜੇ ਹਾਈ ਕਮਾਂਡ ਨੇ ਕਰਨਾ, ਹਾਈ ਕਮਾਂਡ ਕੀ ਕਰਦੀ ਹੈ ਕੀ। ਲੇਕਿਨ ਇਹ ਜਿਹੜਾ ਹੈ ਕੋਈ ਵੱਡੀ ਕਾਰਵਾਈ ਨਹੀਂ, ਇੱਕ ਸਿਰਫ ਉਹ ਗੋਂਗਲੀਆਂ ਦੇ ਉੱਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਵੀ ਇਹਦੇ ਕੋਲ ਅਸੀਂ ਕਾਰਵਾਈ ਕਰਦੀ। ਇਹ ਕੋਈ ਕਾਰਵਾਈਆਂ ਨਹੀਂ ਹੁੰਦੀਆਂ ਹੈਗੀਆਂ। ਇਸ ਲਈ ਪਾਰਟੀ ਦੇ ਵੀ ਕੋਈ ਚੰਗਾ ਲੀਡਰ ਹੈ ਹੀ ਨਹੀਂ, ਕਿਹਨੂੰ ਕੱਢਣਗੇ। ਜਿਹੜੇ 23 ਵਾਲੇ ਨੇ ਉਹ ਵੀ ਨਾਰਾਜ਼ ਬੈਠੇ ਨੇ, ਉਹ ਵੀ ਕਹਿੰਦੇ ਸਾਨੂੰ ਕੱਢੋ, ਜਲਦੀ ਕੱਢੋ। ਪਰ ਕਾਂਗਰਸ ਕੋਲ ਰਹੂਗਾ ਕੀ, ਪਿੱਛੇ ਰਹਿਣਾ ਕੀ ਹੈ ਕਾਂਗਰਸ ਕੋਲ? ਬਿਲਕੁਲ। ਇਸ ਲਈ ਕਾਂਗਰਸ ਨੂੰ ਮੁੜ ਕੇ ਆਪਣਾ ਮੰਥਨ ਕਰਨ ਦੀ ਲੋੜ ਹੈ। ਸਿਰਫ ਆਪਣਾ ਪ੍ਰੈਸਟੀਜ ਇਸ਼ੂ ਨਾ ਬਣਾ ਕੇ ਬੈਠੋ ਸਾਡੇ ਕੋਲ ਕੁਰਸੀ ਆ ਗਈ, ਅਸੀਂ ਹੋਰ ਨਹੀਂ ਲੱਗਿਆ। ਪਾਰਟੀ ਦੀ ਯੂਨਿਟੀ ਹੁੰਦੀ ਹੈ, ਸਾਰੇ ਲੋਕਾਂ ਦੇ ਇਕੱਠ ਨੂੰ ਜੋੜ ਕੇ ਜੇ ਸਹੀ ਇਮਾਨਦਾਰੀ ਨਾਲ ਕੰਮ ਕਰਨ ਤਾਂ ਪਾਰਟੀਆਂ ਮਜ਼ਬੂਤ ਹੁੰਦੀਆਂ ਨੇ।
ਜਦੋਂ ਪਾਰਟੀਆਂ ਦੇ ਲੀਡਰ ਆਪਣੇ ਆਪਣੇ ਵੱਲ ਖਿੱਚਣ ਲੱਗ ਜਾਣ, ਦੂਜੇ ਨੂੰ ਠੇਪੀ ਲਾਉਣ ਲੱਗ ਜਾਣ, ਉਹ ਪਾਰਟੀਆਂ ਦਾ ਜਿਹੜਾ ਹੈ ਵਿਨਾਸ਼ ਜਲਦੀ ਹੋ ਜਾਂਦਾ ਹੈ ਤੇ ਹੁੰਦਾ ਹੈ। ਬਿਲਕੁਲ ਖਾਨਪੁਰ ਸਾਹਿਬ, ਤੇ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਹਾਲਾਤ ਬਣੇ ਹੋਏ ਨੇ ਤੇ ਉਹਦੇ ਸੁਨੀਲ ਜਾਖੜ ਦੀ ਸਿਫਾਰਿਸ਼ ਵੀ ਕਰ ਦਿੱਤੀ ਗਈ ਸੀਗੀ ਜਿਹੜੀ ਅਨੁਸ਼ਾਸਨ ਕਮੇਟੀ ਹੈ ਕਿ 2 ਸਾਲ ਦੇ ਲਈ ਸਸਪੈਂਡ, ਕਿਉਂਕਿ ਉਹਨਾਂ ਨੇ ਤਾਂ ਕਾਰਵਾਈ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਤਾਂ ਉਸ ਤੋਂ ਬਾਅਦ ਫੈਸਲਾ ਹਾਈ ਕਮਾਨ ਨੇ ਲੈਣਾ ਹੈ। ਤੇ ਕੀ ਲੱਗਦਾ ਹੈ ਕਿ ਹਾਈ ਕਮਾਨ ਦੇ ਵੱਲੋਂ ਅਜੇ ਤੱਕ ਕੋਈ ਐਕਸ਼ਨ ਨਹੀਂ ਹੁੰਦਾ ਨਜ਼ਰ ਆ ਰਿਹਾ ਸੁਨੀਲ ਜਾਖੜ ਦੇ ਉੱਤੇ, ਤਾਂ ਜੇਕਰ ਕੋਈ ਐਕਸ਼ਨ ਕਰਨਾ ਨਹੀਂ, ਕਮੇਟੀ ਦੀ ਗੱਲ ਮੰਨਣੀ ਨਹੀਂ ਹੈ, ਤਾਂ ਫਿਰ ਕਮੇਟੀਆਂ ਬਣਾਉਣ ਦਾ ਕੀ ਫਾਇਦਾ ਹੈ? ਚੱਠਾ ਸਾਹਿਬ, ਸਿਰਫ ਇਹ ਲੋਕਾਂ ਨੂੰ ਇੱਕ ਇਹ ਦਰਸਾਉਣਾ ਹੁੰਦਾ ਹੈ ਵੀ ਪਾਰਟੀ ਹੈ ਜਿਹੜੀ, ਕੋਈ ਵੀ ਬੰਦਾ ਜਿਹੜਾ ਪਾਰਟੀ ਤੋਂ ਹਟ ਕੇ ਬਾਗੀ ਹੋ ਕੇ ਜਾਂ ਪਾਰਟੀ ਦੇ ਖਿਲਾਫ ਕੋਈ ਕਾਰਵਾਈ ਕਰਦਾ ਤਾਂ ਪਾਰਟੀ ਕੋਲ ਅਧਿਕਾਰ ਇਹਨੂੰ ਝਟਕਾ ਦੇ ਸਕਦੀ। ਉਹ ਇੱਕ ਟੈਲਰ ਜਾਂ ਇਹਨਾਂ ਨੇ ਦਿਖਾਦਾ, ਦੇਖੋ ਜੀ ਅਸੀਂ 2 ਸਾਲ ਵਾਸਤੇ ਕਰਤਾ ਪਰ ਕਾਰਵਾਈ ਕੁਝ ਨਹੀਂ ਹੋਣੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਅਕਸਰ ਬੜਾ ਸਾਫ਼ ਸੁਥਰਾ ਅਕਸਰ ਹੈ, ਇਮਾਨਦਾਰ ਅਕਸਰ ਹੈ, ਪਾਰਟੀ ਪਿੱਛੇ ਡਟ ਕੇ ਰਹੇ ਨੇ, ਕੋਈ ਪਾਰਟੀ ਛੱਡ ਕੇ ਕਦੇ ਵੀ ਹੋਰ ਪਾਰਟੀ ਦੇ ਵਿੱਚ ਨਹੀਂ ਗਏ। ਬਹੁਤ ਨੇਤਾ ਦਾ ਇਹੋ ਜਿਹੇ ਨੇ, ਕਦੇ ਕਾਂਗਰਸ ਛੱਡ ਕੇ ਬੀਜੇਪੀ ਚਲੇ ਗਏ, ਕੋਈ ਛੱਡ ਕੇ ਹੋਰ ਪਾਰਟੀ ਚਲੇ, ਮੁੜ ਕੇ ਫੇਰ ਆ ਗਏ। ਇਸ ਲਈ ਪਾਰਟੀ ਵੀ ਸਮਝਦੀ ਹੈ ਕਿ ਉਹਨਾਂ ਲੋਕਾਂ ਨੂੰ ਵੀ ਖੁਸ਼ ਕਰਨਾ, ਜਿਹੜੇ ਲੋਕ ਇਹਨਾਂ ਦੇ ਖਿਲਾਫ ਬੋਲ ਰਹੇ ਸੀ ਉਹਨਾਂ ਨੂੰ ਵੀ ਖੁਸ਼ ਕਰਨਾ, ਤੇ ਉਧਰ ਇਹਨਾਂ ਨੂੰ ਵੀ ਬਚਾਉਣਾ ਜਾਖੜ ਸਾਹਿਬ ਨੂੰ। ਇਸ ਲਈ ਮੈਨੂੰ ਲੱਗਦਾ ਕੋਈ ਵੱਡੀ ਕਾਰਵਾਈ ਹੋਣ ਵਾਲੀ ਨਹੀਂ ਹੈਗੀ, ਪਰ ਉਹਨਾਂ ਨੇ ਜਾਖੜ ਸਾਹਿਬ ਨੇ ਖੁਸ਼ੀ ਮਨਾਈ ਹੈ, ਕਹਿੰਦੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜਾਬੋਂ ਛੁੱਟੀ, ਕਿ ਚੰਗਾ ਹੋ ਗਿਆ ਜੇ ਪਾਰਟੀ ਨੇ ਮੇਰੇ ਖਿਲਾਫ ਕਾਰਵਾਈ ਕਰੀ ਹੈ, ਮੈਂ ਆਰਾਮ ਨਾਲ ਆਪਣੇ ਘਰ ਬੈਠਾਂਗਾ, ਰਹਾਂਗਾ ਮੈਂ ਪਾਰਟੀ ਦੇ ਵਿੱਚ, ਪਰ ਮੈਂ ਕੋਈ ਜਿਹੜੀਆਂ ਗਤੀਆਂ ਵਿਧੀਆਂ ਨੇ ਐਕਟਿਵ ਪੋਲਿਟਿਕਸ ਦੇ ਵਿੱਚ ਹਿੱਸਾ ਨਹੀਂ ਲਵਾਂਗਾ। ਹੁਣ ਇਹ ਪਾਰਟੀ ਨੇ ਦੇਖਣਾ ਕਿ ਉਹਦੀਆਂ ਸੇਵਾਵਾਂ ਅੱਗੇ ਐਕਟਿਵ ਪੋਲਿਟਿਕਸ ਲੈਣੀਆਂ ਨੇ ਕਿ ਉਹਨਾਂ ਨੂੰ ਘਰ ਬਿਠਾਉਣਾ। ਅਗਰ ਉਹ ਘਰੇ ਬੈਠ ਜਾਂਦੇ ਨੇ, ਉਹਨਾਂ ਦੇ ਜਿਹੜੇ ਸਾਥੀ ਨੇ, ਉਹਨਾਂ ਦੇ ਏਜ ਗਰੁੱਪ ਦੇ ਨੇ, ਪੁਰਾਣੇ ਲੀਡਰ ਨੇ, ਉਹ ਵੀ ਫਿਰ ਇਹੀ ਫਾਰਮੂਲਾ ਬਣਾ ਕੇ ਫਿਰ ਇਹੀ ਜਿਹੜੇ ਤਿੰਨਾਂ ਦੀ ਟਿਕੜੀ ਹੈ, ਇਹੀ ਪਾਰਟੀ 'ਚ ਰਹਿ ਜਾਊਗੀ, ਸੋਨੀਆ ਗਾਂਧੀ ਰਹਿ ਜਾਊਗੀ, ਪ੍ਰਿੰਕਾ ਗਾਂਧੀ ਰਹੂਗੀ, ਰਹਿਲ ਰਹੂਗੀ, ਔਰ ਤਿੰਨੇ ਜਣੇ ਆਪਣੀ ਟੱਪਲੀ ਵਜਾਈ ਜਾਣ। ਭਾਵੇਂ ਗੁੱਡ ਲੱਕ ਕਹਿੰਦੇ ਨਜ਼ਰ ਆਏ ਸੀਗੇ ਇਸ ਕਾਰਵਾਈ ਤੋਂ ਬਾਅਦ, ਆਪਣਾ ਸੁਨੀਲ ਜਾਖੜ ਇਸ ਫੈਸਲੇ ਤੋਂ ਬਾਅਦ, ਪਰ ਜੇਕਰ ਗੱਲ ਕੀਤੀ ਜਾਵੇ ਤਾਂ ਸੁਰਜੀਤ ਧਮਾਨ ਸੀਗੇ, ਉਹਨਾਂ ਨੇ ਬਿਆਨ ਦਿੱਤਾ ਸੀਗਾ ਰਾਜਾ ਵੜਿੰਗ ਦੇ ਖਿਲਾਫ, ਹਾਈ ਕਮਾਨ ਦੇ ਖਿਲਾਫ ਭੜਾਸ ਕੱਢੀ ਸੀਗੀ, ਤਾਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਤੇ ਉਧਰ ਹੁਣ ਸੁਨੀਲ ਜਾਖੜ ਦੀ ਗੱਲ ਹੈ ਜਿਹੜੀ ਉਹ ਹਾਈ ਕਮਾਨ ਤੇ ਅਟਕੀ ਹੋਈ ਹੈ। ਤਾਂ ਕੀ ਲੱਗਦਾ ਹੈ, ਨਵਜੋਤ ਸਿੰਘ ਸਿੱਧੂ ਵੀ ਇਹੀ ਗੱਲ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਜੇਕਰ ਨਿਯਮ ਹੋਣੇ ਚਾਹੀਦੇ ਨੇ, ਸਭ ਤੇ ਬਰਾਬਰ ਹੋਣੇ ਚਾਹੀਦੇ ਨੇ, ਕਾਰਵਾਈਆਂ ਬਰਾਬਰ ਹੋਣੀਆਂ ਚਾਹੀਦੀਆਂ ਨੇ, ਜੇਕਰ ਕੋਈ ਜਿਹੀਆਂ ਗਤੀਵਿਧੀਆਂ ਕਰਦਾ ਹੈ ਤਾਂ ਕੀ ਲੱਗਦਾ ਹੈ ਕਿ ਪੱਖਪਾਤ ਜਿਹੜਾ ਉਹ ਪਾਰਟੀ ਦੇ ਵਿੱਚ ਅੱਜ ਵੀ ਨਜ਼ਰ ਆ ਰਿਹਾ ਹੈ? ਬਿਲਕੁਲ ਚੱਠਾ ਸਾਹਿਬ, ਤੁਹਾਡੀ ਗੱਲ ਬਿਲਕੁਲ, ਜਿਹੜੀ ਪਾਰਟੀ ਹੈ ਇਹ ਦੇਖ ਕੇ ਟਿੱਕੇ ਕਰਦੀ ਹੈ, ਇਹ ਦੇਖ ਕੇ ਦੇਖੋ ਕਿੰਨੀ ਕੁ ਪਾਵਰ ਵਾਲਾ ਲੀਡਰ ਹੈ, ਕਿੰਨੀ ਬੈਕਗਰਾਉਂਡ ਹੈ, ਉਹੀ ਜੀ ਕਾਰਵਾਈ ਕਰੋ। ਧਮਾਨ ਸਾਹਿਬ ਨੇ ਅਜੇ ਨਵੇਂ ਲੀਡਰ ਨੇ, ਉਹਨਾਂ ਦਾ ਇੰਨਾ ਬੇਸ ਵੀ ਹੈ ਨਹੀਂ, ਉਹਨਾਂ ਦੇ ਠੀਕ ਹੈ ਚੁਗਿਰਦੇ 4 ਦੋਸਤ ਮਿੱਤਰ ਆ, 4 ਸਾਬਕਾ MLA ਜਾਂ ਮੌਜੂਦਾ MLA ਹੋਣਗੇ, ਲੇਕਿਨ ਜਾਖੜ ਸਾਹਿਬ ਦੇ ਮੁਕਾਬਲੇ ਉਹਨਾਂ ਦਾ ਕੱਦ ਅਜੇ ਬਹੁਤ ਬੌਨ ਹੈ। ਇਸ ਲਈ ਜੇ ਉਹਨਾਂ ਦੀ ਕੰਪੇਅਰਟੀ ਆਪਾਂ ਜਾਖੜ ਸਾਹਿਬ ਨਾਲ ਕਰੀਏ ਤਾਂ ਨਹੀਂ ਹੋ ਸਕਦੀ, ਜਾਂ ਸਿੱਧੂ ਸਾਹਿਬ ਦੇ ਨਾਲ ਕਰੀਏ ਜਾਂ ਕਿਸੇ ਹੋਰ ਨਾਲ ਕਰੀਏ ਨਹੀਂ ਹੋ ਸਕਦੀ ਹੈਗੀ, ਕਿਉਂ ਹਰ ਬੰਦੇ ਦਾ ਆਪਣਾ ਕੱਦ, ਆਪਣਾ ਕਿਰਦਾਰ, ਆਪਣੀਆਂ ਸੇਵਾਵਾਂ ਤੇ ਆਪਣੇ ਅਸੂਲ ਹੁੰਦੇ ਨੇ, ਉਹਨਾਂ ਅਸੂਲਾਂ ਦੇ ਨਾਲ ਹੀ ਦੇਖ ਕੇ ਜਿਹੜੀ ਪਾਰਟੀ ਫੈਸਲਾ। ਬਿਲਕੁਲ, ਤੇ ਜੇਕਰ ਬਿਜਲੀ ਦੀ ਗੱਲ ਕੀਤੀ ਜਾਵੇ ਖਾਨਪੁਰ ਸਾਹਿਬ, ਤਾਂ ਇਹ ਕਿਹਾ ਜਾ ਰਿਹਾ ਹੁਣ ਕਿ ਬਿਜਲੀ ਦੀਆਂ ਦਰਾਂ ਨੇ ਉਹਦੇ ਵਿੱਚ ਵਾਧਾ ਹੋ ਸਕਦਾ ਹੈ, ਤਾਂ ਕੀ ਲੱਗਦਾ ਹੈ ਕੀ ਕਾਰਨ ਨੇ, ਕਿਉਂ ਵਾਧਾ ਕੀਤਾ ਜਾ ਸਕਦਾ ਹੈ, ਤੇ ਆਮ ਲੋਕਾਂ ਦੇ ਉੱਤੇ ਕਿੰਨਾ ਕੁ ਅਸਰ ਇਸ ਦਾ ਵਿਖਾਈ ਦੇਵੇਗਾ? ਦੇਖੋ ਚੱਠਾ ਸਾਹਿਬ, ਪੁਰਾਣੀ ਕਹਾਵਤ ਕਹਿੰਦੇ ਭੁੰਡਾ ਭੰਡਾਰੀਆ ਕਿਤਨਾ ਕੁ ਬੋਝ, ਇੱਕ ਮੁੱਠੀ ਤਾਰ ਲੈ 9 ਮਣ ਬੋਝ। ਇਹ ਜਿਹੜੇ ਅਸੀਂ ਕਿਸਾਨ ਆ ਜਾਂ ਜਿੰਨੇ ਵੀ ਪੰਜਾਬੀ ਲੋਕ ਨੇ, ਖਪਤਕਾਰ ਨੇ, ਜਿਹੜੇ ਇਹ ਸਹਿਣਾ ਸਿੱਖ ਗਏ। ਇਹ ਜੇ 1 ਰੁਪਇਆ ਯੂਨਿਟ ਵੱਧ ਗਈ, ਚਲੋ ਕੋਈ ਗੱਲ ਨਹੀਂ, ਰੁਪਈਆ ਅਗਲੀ ਵਾਰ 50 ਪੈਸੇ, ਕੋਈ ਗੱਲ ਨਹੀਂ 50, ਅਗਲੀ ਵਾਰ ਰੁਪਈਆ। ਉਹ ਦੇਖੋ ਕਿੱਥੇ ਉਹ ਸਮਾਂ ਸੀ ਸਾਡੇ ਟਾਈਮ ਜਦੋਂ ਸਾਡੇ ਬਿਜਲੀ ਆਈ, ਅੱਜ ਤੋਂ 50-55 ਸਾਲ ਪਹਿਲਾਂ, ਉਦੋਂ 50 ਪੈਸੇ ਯੂਨਿਟ ਹੁੰਦੇ ਸੀ ਜੀ। ਅੱਜ 50 ਪੈਸੇ ਵਾਲੀ ਯੂਨਿਟ ਤਕਰੀਬਨ 8.5-9 ਰੁਪਏ ਯੂਨਿਟ ਦੇ ਜਿਹੜੇ ਲੋਕਾਂ ਦੇ ਬਿੱਲ ਆਉਂਦੇ ਨੇ, ਆਪਾਂ ਭਰੀ ਜਾ ਰਹੇ ਹਾਂ, ਕਿ ਉਹ ਜ਼ਿੰਦਗੀ ਦਾ ਇੱਕ ਪਾਰਟ ਬਣ ਗਿਆ। ਬਿਜਲੀ ਤੋਂ ਬਿਨਾਂ ਅਸੀਂ 1 ਮਿੰਟ ਨਹੀਂ ਰਹਿ ਸਕਦੇ, ਸਾਡਾ ਜੀਵਨ ਦਾ ਹਰ ਇੱਕ ਪਲ ਹੈ ਜਿਹੜਾ ਉਹ ਬਿਜਲੀ ਦੇ ਨਾਲ ਜੁੜੇ, ਜੇ ਕਿਸੇ ਰੂਪ ਵਿੱਚ ਹੋਵੇ, ਚਾਹੇ ਉਹ ਲਾਈਟ ਦੇ ਵਿੱਚ ਹੋਵੇ, ਚਾਹੇ ਉਹ AC ਦੇ ਰੂਪ ਦੇ, ਚਾਹੇ ਬਿਜਲੀ ਦਾ ਕੱਪੜੇ ਪ੍ਰੈਸ ਕਰਨੀ ਮਸ਼ੀਨ ਹੋਵੇ, ਚਾਹੇ ਫੋਨ ਚਾਰਜ, ਮੈਂ ਕਹਿੰਦਾ ਹਰ ਇੱਕ ਕੰਮ ਹੈ ਜਿਹੜਾ ਬਿਜਲੀ ਦੇ ਨਾਲ ਚੱਲਦਾ। ਅਗਰ ਬਿਜਲੀ ਦਾ ਰੇਟ ਜੋ ਹੋਣਾ ਇਸ ਤੋਂ ਵੀ ਦੁੱਗਣਾ ਹੋ ਜਾਵੇ ਤਾਂ ਵੀ ਲੋਕਾਂ ਨੇ ਵਰਤਣੀ ਉਹ ਵਰਤਦੇ। ਜਿਵੇਂ ਹੁਣ ਪੈਟਰੋਲ ਦਾ ਦੇਖ ਲਓ, ਹੁਣ ਪੈਟਰੋਲ ਦਾ ਰੇਟ 2 ਰੁਪਏ, ਮੈਂ ਖੁਦ
₹2 ਲੀਟਰ ਚੰਡੀਗੜ੍ਹ ਤੋਂ ਪੈਟਰੋਲ ਪਵਾ ਕੇ ਰਾਜਪੁਰੇ ਆਪਣੇ ਸਕੂਟਰ ਤੇ ਜਾਂਦਾ ਹੁੰਦਾ, ਲੂਨੇ ਦੇ ਉੱਤੇ ਜਾਂਦਾ ਹੁੰਦਾ ਸੀ ਤੇ ₹5 ਦੇ ਵਿੱਚ ਆਉਣਾ ਜਾਣਾ ਲੂਨੇ ਦਾ ਹੋ ਜਾਂਦਾ ਹੁੰਦਾ ਸੀ। ਤੇ ਅੱਜ ਉਹ ₹105 ਹੋ ਗਿਆ ਤੇ ਅੱਜ ਵੀ 105 ਵਾਲਾ ਪਵਾ ਰਹੇ ਆ। ਇਸ ਲਈ ਬਿਜਲੀ ਦੀ ਜਿਹੜੀ ਖਪਤ ਵਧਣ ਕਰਕੇ, ਉਧਰੋਂ ਕੋਲਾ ਨਾ ਮਿਲ ਕਰਕੇ, ਥਰਮਲ ਪਲਾਂਟ ਬੰਦ ਹੋਣ ਕਰਕੇ, ਬਿਜਲੀ ਪੂਰੀ ਪ੍ਰੋਡਕਸ਼ਨ ਨਾ ਹੋਣ ਕੇ ਜਿਹੜੀ ਮਹਿੰਗੀ ਬਿਜਲੀ ਹੈਗੀ ਹੈ ਇਹ ਬਿਜਲੀ ਬੋਰਡ ਖਰੀਦ ਰਿਹਾ, ECL ਦਾ ਜਿਹੜੇ ਖਰੀਦ ਰਿਹਾ। ਉਹ ਜੇ ਇਹੋ ਜਿਹਾ ਕਿਹੜਾ ਵਪਾਰੀ ਆ ਜਿਹੜਾ ₹100 ਦੀ ਚੀਜ਼ ਖਰੀਦ ਕੇ ਉਹ 25 ਜਾਂ 30 ਦੀ ਵੇਚੂਗਾ? ਇਸ ਲਈ ਕਦ ਤੱਕ ਬਰਦਾਸ਼ਤ ਕਰੂਗਾ? ਇਹ ਹੁੰਦਾ ਵੀ ਚੋਣਾਂ ਦੇ ਟਾਈਮ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਮਹੀਨਾ 2 ਮਹੀਨਾ ਖਰਚ ਵੀ ਕਰ ਦੋ, ਕੋਈ ਗੱਲ ਨਹੀਂ, ਪਰ ਇਹ ਰੈਗੂਲਰ ਇਹਨਾਂ ਨੂੰ ਸਸਤੀ ਬਿਜਲੀ ਦੇਣੀ ਬੜੀ ਔਖੀ ਹੋਣੀ ਹੈ। ਪਹਿਲੇ ਪੰਜਾਬ ਹੈ ਜਿਹੜਾ 3.5 ਲੱਖ ਕਰੋੜ ਦਾ ਕਰਜ਼ਈ ਹੋ ਚੁੱਕਿਆ, 4 ਲੱਖ ਕਰੋੜ ਦੇ ਨੇੜੇ ਤੇੜੇ। ਕਿੰਨਾ ਕਰਜ਼ਾ ਹੋਊਗਾ? ਅੱਜ ਹਰ ਇੱਕ ਜੰਮਣ ਵਾਲਾ ਬੱਚਾ ਲੱਖਾਂ ਰੁਪਏ ਦਾ ਕਰਜ਼ਈ ਜੰਮ ਰਿਹਾ। ਕਿਵੇਂ ਉਹ ਕਰਜ਼ਾ ਤਰੂਗਾ? ਇਹ ਰੇਟ ਵਧਣੇ ਨੇ। ਇਸ ਲਈ ਆਪਾਂ ਤਾਂ ਨਵੀਂ ਇਹਨਾਂ ਨੂੰ ਕੋਈ ਨਾ ਉਹ ਲੈਣੀ ਚਾਹੀਦੀ ਹੈ, ਸੋਲਰ એનર્ਜੀ ਵਾਲੇ ਪਾਸੇ ਜਾਣਾ ਚਾਹੀਦਾ ਤਾਂ ਕਿ ਬਿਜਲੀ ਸਾਡੇ ਕੋਲ ਤਾਂ ਮੌਸਮ ਪਰਮਾਤਮਾ ਨੇ ਹਿੰਦੁਸਤਾਨ 'ਚ ਦਿੱਤੀ ਹੈ ਕਿ ਗਰਮੀ ਇੰਨੀ ਪੈਂਦੀ ਹੈ, ਅਸੀਂ ਬਿਜਲੀ ਪੈਦਾ ਕਰਦੇ ਹਾਂ, ਪਰ ਉਸ ਪਾਸੇ ਸਰਕਾਰ ਧਿਆਨ ਨਹੀਂ ਦਿੰਦੀ। ਜੇ ਉਸ ਪਾਸੇ ਜਿੰਨੀ ਇਹ ਬਿਜਲੀ 'ਚ ਸਬਸਿਡੀ ਦਿੰਦੀ ਹੈ ਓਨੀ ਜੇ ਸੋਲਰ ਪੈਨਲ ਲਾਉਣ ਦੇ ਵਿੱਚ ਇਹ ਸਬਸਿਡੀ ਦੇਵੇ ਤਾਂ ਬਿਜਲੀ ਦੀ ਖਪਤ ਵੀ ਇਹ ਕੰਟਰੋਲ ਕਰ ਸਕਦੇ ਨੇ ਤੇ ਇੱਕ ਇੰਡੀਪੈਂਡੈਂਟ ਬਿਜਲੀ ਦਾ ਜਿਹੜਾ ਹੈ ਜ਼ੋਨ ਬਣ ਸਕਦਾ। ਬਿਲਕੁਲ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਇੱਕ ਵਧੀਆ ਪੁਆਇੰਟ ਰੱਖਿਆ ਕਿ ਜੇਕਰ ਮੁਫਤ ਬਿਜਲੀ ਦੇਣ ਦਾ ਵੀ ਜਿਸ ਤਰੀਕੇ ਦੇ ਨਾਲ ਹੁਣ ਵਾਅਦਾ ਕੀਤਾ 1 ਜੁਲਾਈ ਤੋਂ 600 ਯੂਨਿਟ 2 ਮਹੀਨੇ ਦੀ ਮੁਫਤ ਬਿਜਲੀ ਹਰ ਘਰ ਨੂੰ ਦਿੱਤੀ ਜਾਣੀ ਹੈ, ਤਾਂ ਕਿਤੇ ਨਾ ਕਿਤੇ ਇਸ ਦਾ ਤਾਂ ਖਰਚਾ ਜਿਹੜਾ ਆਰਥਿਕ ਤੌਰ 'ਤੇ ਬੋਝ ਹੈ ਸਰਕਾਰ ਦੇ ਉੱਤੇ ਹਰ ਸਾਲ ਹੀ ਪਵੇਗਾ। ਪਰ ਜੇਕਰ ਆਪਾਂ ਸੋਲਰ ਪਲਾਂਟ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਮੰਨ ਲਓ ਸਰਕਾਰ ਉਹ ਵੀ ਲਵਾ ਕੇ ਦਿੰਦੀ ਹੈ ਲੋਕਾਂ ਨੂੰ ਘਰਾਂ ਦੇ ਵਿੱਚ, ਤਾਂ ਇੱਕੋ ਵਾਰ ਖਰਚਾ ਆਉਣਾ, ਮੁੜ ਕੇ ਤਾਂ ਕਰਨ ਦੀ ਲੋੜ ਨਹੀਂ ਹੈਗੀ ਖਰਚਾ। ਤਾਂ ਇੱਕ ਵਧੀਆ ਪੁਆਇੰਟ ਤੁਸੀਂ ਰੱਖਿਆ। ਤੇ ਨਾਲ ਹੀ ਗੱਲ ਕਰਾਂਗੇ ਆਪਾਂ ਹੁਣ ਮਾਨ ਸਰਕਾਰ ਦੀ। ਉਹ ਤਾਂ ਐਗਰੀਮੈਂਟ ਹੋਇਆ ਜਿਹੜਾ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਦੇ ਵਿੱਚ ਨੌਲੇਜ ਸ਼ੇਅਰਿੰਗ ਐਗਰੀਮੈਂਟ, ਤਾਂ ਕਿਵੇਂ ਦੇਖਦੇ ਹੋ? ਇਸ ਦੇ ਨੈਗੇਟਿਵ ਪਹਿਲੂਆਂ ਦੇ ਉੱਤੇ ਤਾਂ ਜਿਹੜੀ ਸਿਆਸਤ ਵੀ ਹੁੰਦੀ ਨਜ਼ਰ ਆ ਰਹੀ ਹੈ ਕਿ ਦਿੱਲੀ ਦਾ ਪੰਜਾਬ ਦੇ ਉੱਤੇ ਕਬਜ਼ਾ ਹੋ ਗਿਆ ਹੈ, ਤਾਂ ਇਸ ਦੇ ਪੋਜ਼ਿਟਿਵ ਪਹਿਲੂ ਕੀ ਹੋ ਸਕਦੇ ਨੇ? ਖਾਨਪੁਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ? ਚੱਠਾ ਸਾਹਿਬ ਦੇਖੋ, ਨਵੀਆਂ ਤਕਨੀਕਾਂ ਨਵੇਂ ਸਮੇਂ ਵਿੱਚ ਉਤਪਨ ਹੁੰਦੀਆਂ ਜੀ। ਨੌਲੇਜ ਸ਼ੇਅਰਿੰਗ ਐਗਰੀਮੈਂਟ ਜਿਹੜਾ ਹੋਇਆ, ਇਹ ਐਗਰੀਮੈਂਟ ਇਹ ਦੱਸੋ ਵੀ ਆਪਣੇ ਵਿਚਾਰਾਂ ਦਾ ਵੀ ਆਪਾਂ ਕਿਸੇ ਨਾਲ ਐਗਰੀਮੈਂਟ ਕਰ ਸਕਦੇ ਹਾਂ? ਨਹੀਂ। ਆਪਾਂ ਦੋਨੇ ਬੈਠੇ ਆ, ਤੁਸੀਂ ਪਟਿਆਲੇ ਬੈਠੇ ਹੋ, ਮੈਂ ਆਪਣੇ ਰਾਜਪੁਰੇ ਬੈਠੇ ਹਾਂ ਜੀ। ਆਪਾਂ ਕੋਈ ਐਗਰੀਮੈਂਟ ਨਹੀਂ, ਆਪਾਂ ਮਨ ਦੇ ਵਿਚਾਰ, ਤੁਸੀਂ ਵੀ ਮੈਨੂੰ ਦੱਸ ਰਹੇ ਹੋ, ਕੁਛ ਨਹੀਂ ਮੇਰੇ ਤੋਂ ਲੈ ਰਹੇ, ਮੈਂ ਵੀ ਤੁਹਾਨੂੰ ਦੱਸ ਰਿਹਾ, ਮੈਂ ਵੀ ਅਸੀਂ ਐਗਰੀਮੈਂਟ ਕਿਉਂ ਕਰੇ? ਜੇ ਕਿਸੇ ਕੋਲ ਚੰਗੇ ਵਿਚਾਰ ਨੇ ਲਏ ਜਾ ਸਕਦੇ ਨੇ, ਜੇ ਆਪਣੇ ਚੰਗੇ ਵਿਚਾਰ ਨੇ ਦਿੱਤੇ ਜਾ ਸਕਦੇ ਨੇ, ਲੇਕਿਨ ਕੋਈ ਐਗਰੀਮੈਂਟ ਨਹੀਂ ਹੈਗਾ। ਜੇ ਫਰਜ਼ ਕਰੋ ਐਗਰੀਮੈਂਟ ਸਾਲ ਦਾ, 2 ਸਾਲ ਦਾ, 10 ਸਾਲ ਦਾ, ਜਦੋਂ ਉਹ ਖਤਮ ਹੋ ਜਾਊਗਾ ਫਿਰ ਆਪਾਂ ਜਿਹੜੇ ਆਪਣੀ ਨੌਲੇਜ ਆ ਉਹ ਅਸੀਂ ਬੰਦ ਕਰ ਦਾਂਗੇ। ਇਹ ਤਾਂ ਜਦ ਤੋਂ ਇਨਸਾਨ ਜੰਮਿਆ ਇਸ ਦੁਨੀਆ ਵਿੱਚ ਰਹੀ ਹੈ, ਕੁਝ ਸੁਣੀ ਹੈ, ਕੁਝ ਕਹੀ ਹੈ ਜੀ। ਜੇ ਸੰਸਾਰ ਦੇ ਵਿੱਚ ਰਹਿਣਾ ਹੈ ਤਾਂ ਕੁਝ ਸੁਣਨਾ ਹੀ ਪੈਂਦਾ ਤੇ ਕੁਝ ਕਹਿਣਾ ਵੀ ਪੈਂਦਾ। ਸੁਣਨ ਤੇ ਕਹਿਣਾ ਵੀ ਇੱਕ ਇਹ ਨੌਲੇਜ ਸ਼ੇਅਰਿੰਗ ਹੀ ਹੈ। ਚੰਗੀਆਂ ਗੱਲਾਂ ਨੂੰ ਅਸੀਂ ਅਡਾਪਟ ਕਰੀਏ ਤੇ ਆਪਣੀਆਂ ਚੰਗੀਆਂ ਗੱਲਾਂ ਦੂਜਿਆਂ ਤੱਕ ਪਹੁੰਚਾਈਏ ਤਾਂ ਕਿ ਦੂਜਾ ਵੀ ਸਾਡੇ ਕੋਲ ਇਹ ਉਹ ਕਰੇ। ਜੇ ਅੱਜ ਕੇਜਰੀਵਾਲ ਸਾਹਿਬ ਕਹਿਣਗੇ ਦੇਖੋ ਜੀ ਮੈਂ ਪੰਜਾਬ ਨਾਲ ਹੀ ਕਰ ਰਿਹਾ, ਇਹਦਾ ਮਤਲਬ ਕੇਜਰੀਵਾਲ ਸਾਹਿਬ ਦਾ ਦਿਮਾਗ ਹੀ ਜਾਂ ਦਿੱਲੀ ਵਾਲਿਆਂ ਦਾ ਦਿਮਾਗ ਹੀ ਤੇਜ਼ ਹੋ ਗਿਆ, ਪੰਜਾਬ ਦੇ ਲੋਕਾਂ ਦਾ ਦਿਮਾਗ ਹੀ ਹੈ ਹੀ ਨਹੀਂ। ਜਿਹੜੇ ਅੱਜ ਤੋਂ 70 ਸਾਲ ਆਜ਼ਾਦੀ ਤੱਕ ਸਰਕਾਰਾਂ ਚਲਾਉਂਦੀਆਂ ਨੇ ਉਹ ਬਿਨਾਂ ਦਿਮਾਗ ਹੀ ਚਲਾਉਂਦੇ ਆਏ ਨੇ। ਅੱਜ ਇਹਨਾਂ ਦਾ ਸਿਰਫ ਇਹ ਆਪਣੀ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਪਕੜ ਬਣਾਉਣਾ ਚਾਹੁੰਦੇ ਨੇ ਕਿ ਸਾਡੇ ਸਲਾਹ ਲਏ ਬਿਨਾਂ ਕੋਈ ਕੰਮ ਨਾ ਕੀਤਾ ਜਾਵੇ, ਕਿ ਸਾਤੋਂ ਜੋ ਕੰਮ ਕਰ ਲੈਣਾ ਸਾਤੋਂ ਸਲਾਹ ਲਈ ਜਾਵੇ। ਹੁਣ ਭਗਵੰਤ ਮਾਨ ਤਾਂ ਇੱਕ ਰਬੜ ਦਾ ਗੁੱਡਾ ਨੇ, ਜਿਵੇਂ ਉਹ ਕਹਿਣਗੇ ਤਾਂ ਉਹ ਯੈਸ ਹਾਂਜੀ ਉਹਨਾਂ ਇਦਾਂ ਗੱਲ ਕਹਿਣੀ ਹੈ, ਲੇਕਿਨ ਇਹ ਪੰਜਾਬ ਦੇ ਹਿੱਤਾਂ ਵਾਸਤੇ ਅੱਗੇ ਨੁਕਸਾਨ ਦੇ ਸਿੱਧ ਹੋਊਗਾ। ਇਹ ਹਿੰਦੁਸਤਾਨ ਦੇ ਵਿੱਚ ਜਿਹੜੀ ਵੀ ਪਾਰਟੀ ਰੂਲਿੰਗ ਹੋਊਗੀ ਉਹ ਹਰੇਕ ਨੂੰ ਆਪਣੇ ਨਾਲ ਜੋੜ ਲੂਗੀ, ਜੋ ਅਸੀਂ ਕਿਹਾ ਕਰਾਂਗੇ ਤੁਸੀਂ ਉੱਦਾਂ ਕਰੋ। ਇਹ ਸਿਰਫ ਇੱਕ ਬੰਦੇ ਨੂੰ ਫਸਾਉਣ ਦੀ ਗੱਲ ਹੁੰਦੀ ਹੈ। ਆਪਾਂ ਕਿ ਸ਼ੇਅਰਿੰਗ ਹੈ, ਸ਼ੇਅਰ ਦੇ ਵਿੱਚ ਐਗਰੀਮੈਂਟ ਕਰਨ ਦੀ ਕਿਹੜੀ ਲੋੜ ਹੈ ਵੀ ਇੰਨੇ ਸਾਲ ਵਾਸਤੇ? ਕੀ ਅਸੀਂ 15 ਸਾਲ ਤੋਂ ਬਾਅਦ ਫਿਰ ਨਹੀਂ ਆਪਣੇ ਵਿਚਾਰ ਨੌਲੇਜ ਸ਼ੇਅਰ ਕਰ ਸਕਦੇ ਹੈਗੇ? ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਕਬਜ਼ਾ, ਆਪਣੀ ਧੌਂਸ, ਆਪਣਾ ਜਿਹੜਾ ਹੈ ਉਹ
ਉਹ ਬਣਾਉਣ ਵਾਸਤੇ ਚਾਹੁੰਦੇ ਨੇ, ਜਿਹੜੇ ਕਿ ਪੰਜਾਬ ਦੇ ਜਿਹੜੇ ਸਿਆਣੇ ਸੁਲਝੇ ਹੋਏ ਲੋਕ ਨੇ ਉਹ ਸੋਚ ਰਹੇ ਨੇ ਵੀ ਇਹ ਨਵੀਆਂ ਗੱਲਾਂ ਨਵੀਆਂ ਤਕਨੀਕਾਂ ਕਿਵੇਂ ਕੱਢ ਰਹੇ ਨੇ। ਇਹ ਤਾਂ ਹੁਣ ਬਹੁਤ ਤੁਹਾਨੂੰ ਜਲਦੀ ਪਤਾ ਲੱਗ ਜਾਊਗਾ ਵੀ ਜਿਹੜੀ ਸ਼ੇਅਰ ਹੁੰਦੀ ਹੈ ਕਿਸ ਤਰ੍ਹਾਂ ਦੀ ਹੁੰਦੀ ਹੈ, ਇਹ ਪਲੱਸ ਵਾਲੇ ਪਾਸੇ ਜਾਂਦੀ ਹੈ ਜਾਂ ਮਾਈਨਸ ਵਾਲੇ ਪਾਸੇ ਜਾਂਦੀ ਹੈ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਕੋਈ ਵੀ ਕਿਸੇ ਦਾ ਇੰਟਰਫੇਅਰ ਆਪਣੀ ਜ਼ਿੰਦਗੀ ਵਿੱਚ, ਆਪਣੇ ਕੰਮ ਵਿੱਚ, ਆਪਣੇ ਕਾਰੋਬਾਰ ਵਿੱਚ, ਆਪਣੇ ਘਰ ਵਿੱਚ, ਆਪਣੀ ਸਰਕਾਰਾਂ ਵਿੱਚ ਨਹੀਂ ਚਾਹੁੰਦਾ ਹੈਗਾ, ਕਿਉਂਕਿ ਰੱਬ ਨੇ ਦਿਮਾਗ ਬੁੱਧੀ ਸਭ ਨੂੰ ਦਿੱਤੀ ਹੈ, ਦਿਮਾਗ ਸਭ ਦਾ ਇੱਕ ਹੈ, ਲੇਕਿਨ ਇਹ ਆਪਣੇ ਆਪ ਨੂੰ, ਆਪਣੇ ਦਿਮਾਗ ਨੂੰ ਵੱਡਾ ਸਮਝਣਾ ਉਹ ਹਰ ਇਨਸਾਨ ਸਮਝਦਾ। ਬਿਲਕੁਲ। ਤੇ ਜੇਕਰ ਜਿਸ ਤਰੀਕੇ ਦੇ ਨਾਲ ਹੁਣ ਭਗਵੰਤ ਮਾਨ ਵੀ ਕਹਿੰਦੇ ਨਜ਼ਰ ਆਏ ਨੇ ਕਿ ਪੰਜਾਬ ਦੇ ਵਿੱਚ ਹਸਪਤਾਲਾਂ ਦੀ ਗੱਲ ਕੀਤੀ ਜਾਵੇ, ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਮਾਡਲ ਦੀ ਤਰਜ਼ ਦੇ ਉੱਤੇ ਬਣਾਏ ਜਾਣਗੇ, ਤਾਂ ਕੀ ਲੱਗਦਾ ਕਿ ਜੇਕਰ ਇਹ ਪ੍ਰੋਸੈਸ ਸ਼ੁਰੂ ਹੁੰਦੇ ਨੇ ਪੰਜਾਬ ਦੇ ਅੰਦਰ ਤਾਂ ਫਿਰ ਜਿਹੜਾ ਇਹ ਐਗਰੀਮੈਂਟ ਹੋਇਆ ਇਹ ਇੱਕ ਚੰਗਾ ਕਦਮ ਹੋਏਗਾ, ਚੰਗੇ ਰਸਤੇ ਵੱਲ ਹੋਏਗਾ? ਚੱਠਾ ਸਾਹਿਬ, ਜੇ ਆਪਾਂ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਕਰੀਏ ਤਾਂ ਮੈਂ ਕਹਿੰਦਾ ਸਾਡੀ ਬਹੁਤ ਛੋਟੀ ਸੋਚ ਹੈ। ਜੀ ਜੀ। ਇੱਕ ਦਿੱਲੀ ਤਾਂ ਹੈਗੀ ਹੈ, ਦਿੱਲੀ ਤਾਂ ਸਮਝਦਾ ਇੱਕ ਜਿੱਦਾਂ ਵੱਡੇ ਸ਼ਹਿਰ ਦੀ ਕਾਰ, ਲੁਧਿਆਣੇ ਜੱਡੀ ਕਹਿ ਲਈਏ, ਚਲੋ ਦੋ ਸ਼ਹਿਰ ਲਾ ਲਓ ਆਪਾਂ, ਇਕੱਠੇ ਕਰ ਦੋ ਦੋਨਾਂ ਜੀ ਜੀ, ਆ ਦੋਵਾਂ ਨੂੰ ਲਾ ਕੇ ਐਡਾ ਇੱਕ ਯੂਨੀਅਨ ਟੈਰੀਟਰੀ ਹੈ ਜੀ ਜੀ, ਦਿੱਲੀ ਹੈ, ਕਾਰਪੋਰੇਸ਼ਨ ਹੈ, ਉਹਦਾ ਜਿਹੜਾ ਮੁੱਖ ਮੰਤਰੀ ਆ ਉਹ ਇੱਕ ਮੇਅਰ ਦੇ ਬਰਾਬਰ। ਇੱਕ ਫਿਰ ਦਿੱਲੀ ਹੈ, ਦਿੱਲੀ ਸਾਰਾ ਇੰਡਸਟਰੀਅਲ ਸਟੇਟ ਹੈ, ਕਾਰੋਬਾਰੀ ਲੋਕਾਂ ਦਾ ਸ਼ਹਿਰ ਹੈ, ਟੈਕਸ ਪੇ ਕਰਦੇ ਨੇ, ਆਬਾਦੀ ਘੱਟ ਹੈ, ਲੇਕਿਨ ਪੰਜਾਬ ਕਿੱਥੇ ਤੋਂ ਕਿੱਥੇ ਤੱਕ ਫੈਲਿਆ ਹੋਇਆ, ਤੇ ਆਲੇ ਦਾਲੇ ਇਹਨੂੰ ਸਰਹੱਦਾਂ ਲੱਗਦੀਆਂ ਨੇ ਪਾਕਿਸਤਾਨ ਦੁਸ਼ਮਣ ਦੀਆਂ ਹੱਦਾਂ, ਤੇ ਸਾਡੇ ਕੋਲ ਆਮਦਨ ਕੋਈ ਹੈ ਨਹੀਂ, ਖੇਤੀ ਦੀ ਉਹ ਆਮਦਨ ਹੈ, ਖੇਤੀ ਦੀ ਆਮਦਨ ਵੀ ਘਾਟੇ ਦੀ ਆਮਦਨ ਹੈ। ਅੱਜ ਜ਼ਿਮੀਂਦਾਰ ਕਿਉਂ ਫਾਹੇ ਲੈ ਰਹੇ ਨੇ? ਘਾਟੇ ਕਰਕੇ ਫਾਹੇ ਲੈ ਰਹੇ। ਇੰਡਸਟਰੀ ਇੱਥੋਂ ਸ਼ਿਫਟ ਹੋ ਕੇ ਬਾਹਰ ਚਲੀ ਗਈ ਹੈ, ਨੌਕਰੀਆਂ ਇੱਥੇ ਹੈ ਨਹੀਂ, ਇਹ ਕਿੱਥੋਂ ਪੈਸਾ ਲੈ ਕੇ ਆਉਣਗੇ? ਇੱਕ ਲੋਕਾਂ ਨੂੰ ਸਵਾਏ ਮੈਂ ਕਹਿੰਦਾ ਦਿੱਲੀ ਦੀਆਂ ਤੇ ਪੰਜਾਬ ਦੀ ਡਿਸਪੈਂਸਰੀ ਨੂੰ ਆ ਕੇ ਮੋਦੀ, ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਤੇ ਹੋਰ ਤੁਹਾਡੇ ਵਰਗੇ 10 ਬੁੱਧੀਜੀਵੀਆਂ ਨੂੰ ਲਾ ਕੇ ਦਿਖਾ ਦੇਣ, 10 ਇੱਧਰ ਦੀਆਂ ਦੇਖ ਲਓ, 10 ਦੇਖੋ ਫਰਕ ਪਤਾ ਕੀ ਹੋਊਗਾ? ਵਾ ਇੰਨਾ ਹੀ ਫਰਕ ਹੋਊਗਾ ਕਿ ਰੰਗ ਰੋਗਨ ਚੰਗਾ ਕੀਤਾ ਹੋਇਆ ਹੋਊਗਾ, ਨਾਂ ਵਧੀਆ ਲਿਖੇ ਹੋਣਗੇ, ਟੇਬਲ ਟੂਬਲ ਸਾਫ਼ ਵਧੀਆ ਕੀਤੇ ਹੋਣਗੇ, ਜਿਹੜਾ ਅੰਦਰ ਸਟਾਫ ਹੈ ਉਹਦੇ ਵਰਦੀ ਸਾਫ਼ ਪਾਈ ਹੋਊਗੀ, ਲੇਕਿਨ ਦਵਾਈ ਤਾਂ ਉਹੀ ਪੈਰਾਸੀਟਾਮੋਲ ਜਾਂ ਇਹੀ ਦਵਾਈ ਤਾਂ ਇਹੀ ਹੋਊਗੀ। ਕੋਈ ਨਵੀਂ ਦਵਾਈ ਤਾਂ ਉਹਨੇ ਪੈਦਾ ਨਹੀਂ ਕੀਤੀ ਵੀ ਦਿੱਲੀ ਦੇ ਵਿੱਚ ਜੀ ਫਲਾਣੀ ਦਵਾਈ ਹੈ ਤੇ ਪੰਜਾਬ ਵਿੱਚ 2 ਦਵਾਈ ਅਸੀਂ ਉਹ ਲੈ ਕੇ ਆਵਾਂਗੇ। ਸਿਰਫ ਇਹਨਾਂ ਨੂੰ ਪੰਜਾਬ ਦੇ ਵਿੱਚ ਦਿੱਲੀ ਵਾਲੇ, ਜੇ ਦਿੱਲੀ ਵਾਲੇ ਸ਼ੇਅਰਿੰਗ ਕਰਨਾ ਚਾਹੁੰਦਾ, ਦਿੱਲੀ ਵਾਲੇ ਪੈਸੇ ਦੇਣ, ਜਿੱਦਾਂ 57 ਲੱਖ ਕਰੋੜ ਕਹਿ ਰਿਹਾ ਸੀ ਕੇਜਰੀਵਾਲ ਕੇ ਮੇਰੇ ਕੋਲ ਹੈ, ਉਹ ਪੰਜਾਬ 'ਚ ਖਰਚ ਕਰੇ। ਹੁਣ ਆ ਕੇ ਪੰਜਾਬ 'ਚ ਖਰਚ ਕਰਕੇ ਆ ਕੇ ਜਿੰਨੀਆਂ ਵੀ ਡਿਸਪੈਂਸਰੀਆਂ ਜਾਂ ਸਕੂਲਾਂ ਦਾ ਉਹ ਸੁਧਾਰ ਕਰ ਸਕਦੇ ਨੇ, ਉਹਨਾਂ ਦੇ ਉੱਤੇ ਖਰਚ ਕਰਕੇ ਦਿਖਾਉਣ। ਦੇਖੋ ਜੀ, ਅਸੀਂ 57 ਲੱਖ ਕਰੋੜ ਰੁਪਈਆ ਪੰਜਾਬ 'ਚ ਲਾਤਾ, ਜਦੋਂ ਸਾਡਾ ਸਿੱਧਾ ਕੰਟਰੋਲ, ਅਸੀਂ ਹੋਰ ਵੀ ਪੈਸਾ ਲਾ ਕੇ ਲਿਆਵਾਂਗੇ, ਪਰ ਕਰਨਾ ਕਰਾਉਣਾ ਕੁਛ ਨਹੀਂ ਹੈਗਾ। ਗੱਲਾਂ ਬਾਤਾਂ ਦੇ ਕੜਾਹ ਦੇ ਵਿੱਚ ਮਿੱਠਾ ਕਿਉਂ ਘੱਟ ਪਾਈਏ? ਪੂਰਾ ਪਾਓ ਤਾਂ ਕਿ ਲੋਕਾਂ ਨੂੰ ਕਿਸੇ ਪਾਸੇ ਲਾਈ ਰੱਖੀਏ। ਉਹ ਜਿਹੜੇ ਸਹੀ ਮੁੱਦਿਆਂ ਨੇ, ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਵਾਸਤੇ ਇਹ ਨਵੀਆਂ ਸਕੀਮਾਂ ਜਿਹੜੀਆਂ ਕਰ ਰਹੇ ਨੇ, ਉਹ ਸਕੀਮਾਂ ਪੰਜਾਬੀ ਲੋਕ ਜਿਹੜਾ ਐਡਾ ਵੱਡਾ ਬਦਲਾਅ ਲਿਆ ਸਕਦੇ ਨੇ, ਐਡੀ ਤਕੜੀਆਂ ਸਰਕਾਰਾਂ ਕਾਂਗਰਸ ਦੀ ਤੇ ਅਕਾਲੀ ਦਲ ਨੂੰ ਸਫਾਇਆ ਕਰਕੇ ਇੱਕ ਆਮ ਬੰਦੇ ਨੂੰ 92 ਸੀਟਾਂ ਦੇ ਸਕਦੇ ਨੇ। ਉਹ ਇਹ ਸੀਟਾਂ ਨੂੰ ਮੈਨਸ ਦੇ ਵਿੱਚ ਲਿਆ ਕੇ ਸਿਰਫ 2 ਦੇ ਵੀ ਲਿਆ ਸਕਦੇ ਨੇ। ਇਸ ਲਈ ਇਹ ਗੱਲਾਂ ਬਾਤਾਂ ਨਾ ਕਰਨ, ਜੋ ਇਹਨਾਂ ਨੇ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਤੇ ਪਹਿਰਾ ਦੇ ਕੇ 1000 ਰੁਪਈਆ ਬੀਬੀਆਂ ਦੇ ਖਾਤਿਆਂ ਦੇ ਵਿੱਚ ਪਾਉਣ, 600 ਬਿਜਲੀ ਦੇ ਬਿੱਲ ਉਹ ਕਰਨ, 35000 ਨੌਕਰੀ ਕੱਢਿਆ ਉਹ ਦੇਣ, ਤੇ ਜਿਹੜੇ ਹੋਰ ਜਿਹੜੀਆਂ ਜ਼ਮੀਨਾਂ ਦਬੀਆਂ ਹੋਈਆਂ ਨੇ, ਭੋਂ ਮਾਫੀ ਨੇ ਜ਼ਮੀਨਾਂ ਦਬੀਆਂ ਹੋਈਆਂ ਨੇ, ਪੰਚਾਇਤੀ ਜ਼ਮੀਨਾਂ ਚੜੀਆਂ, ਉਹਨਾਂ ਨੂੰ ਕਢਾਉਣ। ਜਦੋਂ ਉਹ ਚੀਜ਼ਾਂ ਇਹਨਾਂ ਨੇ ਕਢਾ ਲੀਆਂ, ਮੈਂ ਸਮਝਦਾ ਕੋਈ ਟੈਕਸ ਲਾਉਣ ਦੀ ਲੋੜ ਨਹੀਂ। ਖਰਬਾਂ ਰੁਪਈਏ ਦੀ ਪ੍ਰਾਪਰਟੀ ਵੱਡੇ ਮਿਨਿਸਟਰਾਂ ਲੈਵਲ ਦੇ ਨੇ ਜਾਂ ਅਫਸਰਾਂ ਨੇ ਜਾਂ ਰਸੂਖ ਵਾਲੇ ਬੰਦਿਆਂ ਨੇ ਜਿਹੜੀਆਂ ਦੱਬੀਆਂ ਹੋਈਆਂ ਨੇ, ਉਹ ਖਾਲੀ ਕਰਾਉਣ। ਇਹਨਾਂ ਨੂੰ ਤਾਂ ਇੱਕ ਪੈਸਾ ਟੈਕਸ ਲਾਉਣ ਦੀ ਲੋੜ ਨਹੀਂ। ਸਗੋਂ ਜਿਹੜੇ ਕਿਸਾਨ ਮਰ ਰਹੇ ਨੇ ਖੁਦਕਸ਼ੀ ਕਰਕੇ, ਪੈਸੇ ਤੰਗੀ ਤੋਂ ਆ ਕੇ, ਇਹ ਉਹਨਾਂ ਦਾ ਵੀ ਕਰਜ਼ਾ ਮਾਫ ਕਰ ਸਕਦੇ, ਪਰ ਉਸ ਪਾਸੇ ਇਹਨਾਂ ਨੇ ਧਿਆਨ ਨਹੀਂ ਦੇਣਾ, ਕਿਉਂਕਿ ਉਹਨਾਂ ਨੂੰ ਹੱਥ ਪਾਉਣਾ ਕੋਈ ਸੌਖੀ ਜਿਹੀ ਗੱਲ ਨਹੀਂ। ਉਹਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ, ਚਾਚੇ ਤਾਏ, ਮਾਮੇ ਨਾਨੇ ਫੁੱਫੇ ਸਭ ਫਸੇ ਹੋਏ ਨੇ, ਸਿਫਾਰਸ਼ਾਂ ਪੈ ਜਾਣੀਆਂ। ਜੇ ਸਰਦਾਰ ਕੁਲਦੀਪ ਸਿੰਘ ਦੀ ਰਿਪੋਰਟ ਤੇ ਚੰਦਰ ਸ਼ੇਖਰ ਦੀ ਰਿਪੋਰਟ ਜੋ ਉਹਨਾਂ ਨੇ ਪਹਿਲਾਂ ਦਿੱਤੀ ਸੀ ਵੀ ਜਿਹੜਾ ਇਹ ਭੋਂ ਮਾਫੀਆ ਕਿੱਥੋਂ ਹੋਇਆ, ਇਹ ਮਾਲ ਮਹਿਕਮੇ ਦੇ ਜਿਹੜੇ ਬੜੇ ਅਫਸਰ ਨੇ ਜਿਨ੍ਹਾਂ ਨੇ ਇਹ ਜ਼ਮੀਨਾਂ ਦੇ ਇੰਤਕਾਲ ਉਹਨਾਂ ਦੇ ਨਾਂ ਦੇ ਕਰਕੇ ਉਹਨਾਂ ਨੂੰ ਕਬਜ਼ੇਦਾਰ ਸ਼ੋਅ ਕੀਤਾ, ਉਹਨਾਂ ਤੇ ਕਾਰਵਾਈ ਕਰੇ, ਫਿਰ ਉਹ ਪ੍ਰਾਪਰਟੀਆਂ ਨੂੰ ਖਾਲੀ ਕਰਾ ਕੇ ਉਹਦੀ ਨਿਲਾਮੀ
ਕਰੋ ਜਾਂ ਕਿਸੇ ਤਰੀਕੇ ਨਾਲ ਉੱਥੇ ਕੋਈ ਇਦਾਂ ਦਾ ਪ੍ਰੋਜੈਕਟ ਬਣਾਓ ਜਿੱਥੇ ਕਿ ਨੌਕਰੀਆਂ ਵੀ ਮਿਲਣ ਅਤੇ ਉਹ ਜਿਹੜੀ ਜਗ੍ਹਾ ਹੈ ਉਹ ਲੋਕਾਂ ਦੇ ਹਿੱਤ ਦੇ ਵਾਸਤੇ ਕੰਮ ਆਵੇ ਤੇ ਪੰਜਾਬ ਇੱਕ ਨਮੂਨੇ ਦਾ ਹੋਊਗਾ ਤੇ ਦੁਨੀਆ 'ਚ ਮਿਸਾਲ ਹੋਊਗੀ ਕਿ ਜਿਹੜੀਆਂ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਹੋਏ ਸਰਕਾਰੀ ਜ਼ਮੀਨਾਂ ਤੇ, ਚਾਹੇ ਉਹ ਜੰਗਲਾਤ ਦੀਆਂ ਹੋਣ, ਚਾਹੇ ਇਰੀਗੇਸ਼ਨ ਦੀਆਂ ਹੋਣ, ਚਾਹੇ ਪੰਚਾਇਤ ਦੀਆਂ ਹੋਣ, ਉਹ ਖਾਲੀ ਕਰਾ ਕੇ ਲੋਕਾਂ ਦੀ ਜਗ੍ਹਾ ਲੋਕਾਂ ਨੂੰ ਵਾਪਸ ਲੋਕਾਂ ਦੇ ਹਿੱਤ ਲਈ ਵਰਤੀ ਜਾਵੇ ਤੇ ਪੰਜਾਬ ਦੇ ਨੂੰ ਕੋਈ ਟੈਕਸ ਲਾਉਣ ਦੀ ਲੋੜ ਨਹੀਂ ਤੇ ਭਗਵੰਤ ਮਾਨ ਦਾ ਨਾਮ ਇੱਕੋ ਮੈਂ ਕਹੂੰਗਾ ਇੱਕ ਇਮਾਨਦਾਰ ਤੇ ਸਹੀ ਸੋਚ ਵਾਲੇ ਤੇ ਲੋਕਾਂ ਦੇ ਕਬਜ਼ੇ ਰਹਿਤ ਕਰਾਉਣ ਵਾਲੇ ਨਾਵਾਂ ਦੇ ਵਿੱਚ 1 ਨੰਬਰ ਤੇ ਲਿਖਿਆ ਜਾਏ। ਬਿਲਕੁਲ, ਤਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਐਲਾਨ ਕੀਤੇ ਜਾ ਰਹੇ ਨੇ ਤਾਂ ਜ਼ਮੀਨੀ ਪੱਧਰ ਦੇ ਉੱਤੇ ਵੀ ਕੰਮ ਹੋਣਾ ਚਾਹੀਦਾ ਤੇ ਜਿੰਨੀ ਦੇਰ ਤੱਕ ਇਹ ਐਲਾਨ ਨੇ ਜਿਹੜੇ ਉਹ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੁੰਦੇ ਉਹਨਾਂ ਚਿਰ ਤੱਕ ਲੋਕ ਵੀ ਜਿਹੜਾ ਵਿਸ਼ਵਾਸ ਨਹੀਂ ਕਰਦੇ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਖਾਨਪੁਰ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ। ਚੱਠਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ। ਤੁਸੀਂ ਅਦਨੇ ਜੇ ਸੇਵਕ ਨੂੰ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਤੱਕ ਸਾਂਝੀਆਂ ਕਰਨ ਲਈ ਸਮਾਂ ਦਿੱਤਾ। ਤੁਹਾਡਾ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸਾਡੇ ਨਾਲ ਸਨ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਜੋ ਕਿ ਸਿਆਸੀ ਮਾਹਿਰ ਨੇ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਪ੍ਰਸ਼ਾਂਤ ਕਿਸ਼ੋਰ ਨਾਲ ਹੋਈ ਹੈ। ਤਸਵੀਰ ਸਾਂਝੀ ਕੀਤੀ ਹੈ, ਕੀ ਮਾਇਨੇ ਨਿਕਲਦੇ ਨਜ਼ਰ ਆ ਰਹੇ ਨੇ ਤੇ ਖਾਸ ਤੌਰ ਦੇ ਉੱਤੇ ਮਾਨ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੇ ਫੈਸਲੇ ਲਏ ਜਾ ਰਹੇ ਨੇ ਤੇ ਜ਼ਮੀਨੀ ਪੱਧਰ ਦੇ ਉੱਤੇ ਕੀ ਹਾਲਾਤ ਨੇ, ਵਿਚਾਰ ਚਰਚਾ ਕੀਤੀ ਹੈ। ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਜੁੜੇ ਹੋ ਵਿਨਿੰਗ ਪੰਜਾਬ ਟੀਵੀ ਨਾਲ। ਦਿਓ ਇਜਾਜ਼ਤ। ਧੰਨਵਾਦ।